Hello students, this is Ajit Pal Singh from Apollo Academy Sangrur, and today we will discuss about the functioning and the functions and the structure of plasma membrane. बेटा plasma membrane अपनी रह गई सी, ये सब तो उपरला पार्ट हैगा। ਤੁਹਾਡੇ ਅਕੋਰਡਿੰਗ ਇੱਕ ਮੈਂਬਰੇਨ ਹੈ ਜਿਹਦਾ ਨਾਮ ਪਲਾਜ਼ਮਾ ਮੈਂਬਰੇਨ ਆ, ਉਹ ਕਿਸ ਤਰ੍ਹਾਂ ਦੀ ਹੋਊਗੀ? ਜੇ ਆਪਾਂ ਦੇਖੀਏ ਤਾਂ ਇਹਦੇ ਵੇਰੀਅਸ ਮਾਡਲ ਡਿਸਕਸ ਕੀਤੇ ਗਏ ਨੇ, ਠੀਕ ਹੈ ਜੀ। ਇੱਕ ਤਾਂ ਲੈਮਿਲਾ ਮਾਡਲ ਹੈ, ਉਹਦਾ ਮਤਲਬ ਉਹ ਨਹੀਂ ਆਪਾਂ ਡਿਸਕਸ ਕਰਨਾ ਕਿਉਂਕਿ ਉਹ ਡਿਸਕਾਰਡ ਹੋ ਗਿਆ ਸੀਗਾ। ਜਿਹੜਾ ਉਹਦਾ ਨੈਕਸਟ ਮਾਡਲ ਡਿਸਕਸ ਕੀਤਾ ਗਿਆ ਜਿਹਨੂੰ ਆਪਾਂ ਕੀ ਕਹਿੰਦੇ ਆ ਫਲੂਇਡ ਮੋਜ਼ੈਕ ਮਾਡਲ, ਉਹ ਸਹੀ ਮਾਡਲ ਸੀਗਾ। ਮਤਲਬ ਉਹ ਦੇਖਣ 'ਚ ਕਹੀ ਜੀ ਆ। ਪਹਿਲਾਂ ਤਾਂ ਆਪਾਂ ਇਮੈਜਿਨ ਕਰਦੇ ਹਾਂ ਇੱਕ ਮੈਂਬਰੇਨ ਜਿਹਨੇ ਸੈੱਲ ਨੂੰ ਘੇਰਿਆ ਹੋਇਆ ਗਾ। ਆਪਾਂ ਨੂੰ ਪਤਾ ਇੱਕ ਤਾਂ ਉਹ ਟਰਾਂਸਪੇਰੈਂਟ ਹੋਊਗੀ, ਦੇਖਣ ਦੇ ਵਿੱਚ ਉਹਦਾ ਕੋਈ ਕਲਰ ਨਹੀਂ ਹੈਗਾ ਕਿਉਂਕਿ ਆਪਾਂ ਸੈੱਲ ਦੇ ਵਿਚਲੀਆਂ ਚੀਜ਼ਾਂ ਦੇਖ ਸਕਦੇ ਹਾਂ। ਜੇ ਆਪਾਂ ਨਿਊਕਲੀਅਸ ਦੇਖ ਸਕਦੇ ਹਾਂ, ਮਾਈਟੋਕੌਂਡਰੀਆ ਦੇਖ ਸਕਦੇ ਹਾਂ, ਲਾਈਜ਼ੋਜ਼ੋਮਸ ਦੇਖ ਸਕਦੇ ਹਾਂ। ਇਹਦਾ ਮਤਲਬ ਜਿਹੜੀ ਮੈਂਬਰੇਨ ਆ ਉਹ ਇੱਕ ਟਰਾਂਸਪੇਰੈਂਟ ਮਟੀਰੀਅਲ ਆ, ਠੀਕ ਹੈ। ਟਰਾਂਸਪੇਰੈਂਟ ਮਟੀਰੀਅਲ ਦੇ ਨਾਲ ਨਾਲ ਆਪਾਂ ਨੂੰ ਇਹ ਗੱਲ ਵੀ ਪਤਾ ਹੈ ਬੇਟਾ ਜੀ ਵੀ ਜਿਹੜਾ ਸੈੱਲ ਹੈ, ਸੈੱਲ ਨੂੰ ਜਿਉਂਦੇ ਰਹਿਣ ਵਾਸਤੇ ਭੋਜਨ ਦੀ ਲੋੜ ਹੁੰਦੀ ਆ, ਫੂਡ ਦੀ ਲੋੜ ਹੁੰਦੀ ਆ। ਸੈੱਲ ਦੇ ਕੋਲ ਫੂਡ ਕੌਣ ਲੈ ਕੇ ਆਉਂਦਾ? ਮੈਂ ਤੁਹਾਨੂੰ ਪਹਿਲਾਂ ਦੱਸਿਆ, ਸੈੱਲ ਦੇ ਕੋਲ ਫੂਡ ਲੈ ਕੇ ਆਉਂਦਾ ਬਲੱਡ। ਮਤਲਬ ਬਲੱਡ ਕੁਛ ਕੈਰੀ ਕਰਕੇ ਲੈ ਕੇ ਆਉਂਦਾ, ਫਿਰ ਉਹ ਸੈੱਲ ਨੂੰ ਟਰਾਂਸਫਰ ਹੋ ਜਾਂਦਾ। ਇਹਦਾ ਮਤਲਬ ਜਿਹੜੀ ਉਹ ਮੈਂਬਰੇਨ ਆ ਉਹ ਲੈਣ ਦੇਣ ਦਾ ਕੰਮ ਵੀ ਕਰਦੀ ਆ। ਕੁਛ ਚੀਜ਼ਾਂ ਆਪਦੇ ਅੰਦਰ ਨੂੰ ਖਿੱਚ ਲੈਂਦੀ ਆ, ਕੁਛ ਚੀਜ਼ਾਂ ਬਾਹਰ ਨੂੰ ਦੇ ਦਿੰਦੀ ਆ। ਇਹਦਾ ਮਤਲਬ ਜਿਹੜੀ ਉਹ ਮੈਂਬਰੇਨ ਆ ਉਹ ਕਿਸੇ ਹੱਦ ਤੱਕ ਪਰਮੀਏਬਲ ਮੈਂਬਰੇਨ ਆ। ਪਰਮੀਏਬਲ ਦਾ ਮਤਲਬ ਆ ਜਿਹਦੇ ਵਿੱਚੋਂ ਚੀਜ਼ਾਂ ਨਿਕਲ ਜਾਣ, ਠੀਕ ਹੈ। ਹੁਣ ਪਰਮੀਏਬਿਲਿਟੀ ਕਾਫੀ ਟਾਈਪ ਦੀ ਹੁੰਦੀ ਆ, ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਪਹਿਲਾਂ ਆਪਾਂ ਮੈਂਬਰੇਨ ਬਾਰੇ ਡਿਸਕਸ ਕਰਦੇ ਹਾਂ ਵੀ ਅਸਲ ਦੇ ਵਿੱਚ ਮੈਂਬਰੇਨ ਨੂੰ ਕਿਹਨੇ ਐਕਸਪਲੇਨ ਕੀਤਾ, ਠੀਕ ਹੈ ਜੀ। ਦੋ ਸਾਇੰਟਿਸਟ ਸੀਗੇ ਬੇਟਾ, ਸਿੰਗਰ ਐਂਡ ਨਿਕਲਸਨ। ਕੌਣ ਕੌਣ ਸੀਗੇ? ਸਿੰਗਰ ਐਂਡ ਨਿਕਲਸਨ। ਉਹਨਾਂ ਨੇ ਕਿਹੜਾ ਮਾਡਲ ਦਿੱਤਾ? ਫਲੂਇਡ ਮੋਜ਼ੈਕ ਮਾਡਲ ਦਿੱਤਾ, ਠੀਕ ਹੈ। ਫਲੂਇਡ ਮੋਜ਼ੈਕ ਮਾਡਲ ਕੀ ਸੀਗਾ? ਉਹ ਕਹਿੰਦਾ ਜਿਹੜੀ ਆਪਣੀ ਪਲਾਜ਼ਮਾ ਮੈਂਬਰੇਨ ਹੈ, ਮੈਂਬਰੇਨ ਉਹ ਇੱਕ ਬਾਈਲਿਪਿਡ ਲੇਅਰ ਆ। ਬਾਈਲਿਪਿਡ ਮਤਲਬ ਇੱਕ ਲਿਪਿਡ ਉੱਪਰ ਆ ਉਹਦੇ, ਇੱਕ ਲਿਪਿਡਸ ਨੀਚੇ ਨੇ, ਮਤਲਬ ਲਿਪਿਡਸ ਦੀ ਲੇਅਰ ਆ ਉਹ। ਲਿਪਿਡਸ ਤੁਹਾਨੂੰ ਪਤਾ ਫੈਟਸ, ਠੀਕ ਹੈ। ਫੈਟਸ ਜਿਹੜੇ ਹੁੰਦੇ ਨੇ ਉਹ ਲਿਪਿਡਸ ਹੀ ਹੁੰਦੇ ਨੇ ਵੀ ਉਹ ਫੈਟਸ ਦੀ ਲੇਅਰ ਆ। ਬਾਈ ਆ, ਬਟ ਬਾਈ ਦਾ ਮਤਲਬ ਦੋ ਫੈਟਸ ਦੀਆਂ ਲੇਅਰਾਂ ਨੇ, ਇੱਕ ਅਪ ਇੱਕ ਡਾਊਨ, ਜਿਵੇਂ ਕਿ ਆਹ ਦਿਖਾਈਆਂ ਹੋਈਆਂ ਨੇ। ਆ ਬੇਟਾ ਫਸਟ ਲੇਅਰ ਆ ਲਿਪਿਡਸ ਦੀ, ਇਹ ਹੈਗੀ ਆਪਣੇ ਕੋਲ ਸੈਕਿੰਡ ਲੇਅਰ। ਇਹ ਹੋ ਗਈ ਬਾਈ ਲਿਪਿਡ ਲੇਅਰ, ਹੈ ਨਾ, ਬਾਈ ਲਿਪਿਡ ਲੇਅਰ। ਆ ਲਿਪਿਡ ਹੈ, ਇਹ ਵੀ ਲਿਪਿਡ, ਇਹ ਵੀ ਲਿਪਿਡ ਮੋਲੀਕੂਲ, ਇਹ ਵੀ ਲਿਪਿਡ ਮੋਲੀਕੂਲ, ਲਿਪਿਡ ਮੋਲੀਕੂਲ, ਲਿਪਿਡ, ਲਿਪਿਡਸ, ਲਿਪਿਡਸ, ਲਿਪਿਡ, 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 ਲਿਪਿਡ। ਉਹ ਕਹਿੰਦਾ ਉਹਦੇ ਵਿੱਚ ਕਿਤੇ ਕਿਤੇ ਉਹ ਸਾਰੀ ਲੇਅਰ ਦੇ ਵਿੱਚ ਕਿਤੇ ਕਿਤੇ ਕੀ ਨੇਗੇ? ਉਹ ਸਾਰੀ ਲੇਅਰ ਦੇ ਬੇਟਾ ਵਿੱਚ ਕਿਤੇ ਕਿਤੇ ਪ੍ਰੋਟੀਨਸ ਐਮਬੈਡਡ ਨੇ। ਜਿਵੇਂ ਆਹ ਵਾਲਾ ਪ੍ਰੋਟੀਨ ਮੈਂ ਤੁਹਾਨੂੰ ਦਿਖਾਇਆ, ਆਹ ਬਾਈਲਿਪਿਡ ਲੇਅਰ ਆ, ਇਹਦੇ ਵਿੱਚ ਇੱਕ ਪ੍ਰੋਟੀਨ ਐਮਬੈਡਡ ਆ। ਕਹਿੰਦਾ ਕੁਛ ਕੁ ਪ੍ਰੋਟੀਨ ਉਹ ਲਿਪਿਡ ਦੀ ਲੇਅਰ ਤੋਂ ਬਾਹਰ ਵੀ ਨੇ, ਜਿਵੇਂ ਮੈਂ ਆਹ ਪ੍ਰੋਟੀਨ ਦਿਖਾਇਆ ਤੁਹਾਨੂੰ, ਠੀਕ ਹੈ। These are called intrinsic proteins, these are called extrinsic proteins। ਹੁਣ ਇਮੈਜਿਨ ਕਰੋ ਪਲਾਜ਼ਮਾ ਮੈਂਬਰੇਨ ਕਿਸ ਤਰ੍ਹਾਂ ਦੀ ਆ। ਪਲਾਜ਼ਮਾ ਮੈਂਬਰੇਨ, ਇਹ ਤਾਂ ਮੈਂ ਉਹਦਾ ਕ੍ਰੋਸ ਸੈਕਸ਼ਨ ਦਿਖਾਇਆ। ਜੇ ਮੈਂ ਤੁਹਾਨੂੰ ਕਹਾਂ ਮੈਂ ਕੀ ਕਰਾਂ, ਇਹ ਮੇਰੇ ਕੋਲ ਪਲਾਜ਼ਮਾ ਮੈਂਬਰੇਨ ਆ, ਇਹ ਮੈਂ ਤੁਹਾਨੂੰ ਉਹਦਾ ਆਹ ਹਿੱਸਾ ਦਿਖਾਇਆ ਹਜੇ, ਮੈਂ ਤੁਹਾਨੂੰ ਉੱਪਰੋਂ ਨਹੀਂ ਉਹ ਦਿਖਾਇਆ। ਇਸ ਤਰ੍ਹਾਂ ਨਹੀਂ ਮੈਂ ਤੁਹਾਨੂੰ ਦਿਖਾਇਆ, ਮੈਂ ਤੁਹਾਨੂੰ ਇਸ ਤਰ੍ਹਾਂ ਦਿਖਾਇਆ। ਇਸ ਤਰ੍ਹਾਂ ਕੀ ਆ, ਇਹ ਲਿਪਿਡਸ ਨੇ, ਇੱਥੇ ਲਿਪਿਡਸ, ਇੱਥੇ ਕਿਤੇ ਇਹ ਆਹ ਪ੍ਰੋਟੀਨ ਪਿਆ ਗਾ। ਆਹ ਜਿਹੜੀ ਮੈਂ ਲਾਈਨ ਲਾਈ ਆ ਇਹ ਪ੍ਰੋਟੀਨ ਲੇਅਰ ਹੈ, ਠੀਕ ਹੈ। ਇਹ ਇੱਕ ਪ੍ਰੋਟੀਨ ਹੈ। ਮਤਲਬ ਆਹ ਸੈੱਲ ਤੋਂ ਬਾਹਰਲਾ ਹਿੱਸਾ, ਆਹ ਸੈੱਲ ਦੇ ਅੰਦਰਲਾ ਹਿੱਸਾ, ਆਹ ਬਾਈਲਿਪਿਡ ਲੇਅਰ ਹੈ, ਆਹ ਪ੍ਰੋਟੀਨਸ ਨੇ, ਠੀਕ ਹੈ। ਅੱਗੇ ਫਿਰ ਬਾਈਲਿਪਿਡ ਲੇਅਰ ਸ਼ੁਰੂ ਹੋ ਜਾਂਦੀ ਆ, ਇੱਥੇ ਫਿਰ ਪ੍ਰੋਟੀਨਸ ਨੇ। ਮਤਲਬ ਇਸ ਤਰ੍ਹਾਂ ਨਾਲ ਜਗ੍ਹਾ ਜਗ੍ਹਾ ਤੇ ਪ੍ਰੋਟੀਨਸ ਪ੍ਰੈਜ਼ੈਂਟ ਨੇ ਜਿਹੜੇ ਕਿ ਬਾਈਲਿਪਿਡ ਦੇ ਲੇਅਰ ਦੇ ਵਿੱਚ ਨੇ। ਥੀਸ ਆਰ ਕਾਲਡ ਇੰਟ੍ਰਿੰਸਿਕ ਪ੍ਰੋਟੀਨਸ। ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਪੁੱਤ? ਇੰਟ੍ਰਿੰਸਿਕ ਪ੍ਰੋਟੀਨਸ। ਕਿਤੇ ਪ੍ਰੋਟੀਨ ਇੱਥੇ ਪਿਆ ਗਾ ਸ਼ਾਇਦ ਉਰੇ ਇਹਦੇ ਨਾਲ ਜੀ, ਦਿਸ ਇਜ਼ ਕਾਲਡ ਐਕਸਟ੍ਰਿੰਸਿਕ ਪ੍ਰੋਟੀਨ। ਇਹ ਪ੍ਰੋਟੀਨ ਨੂੰ ਆਪਾਂ ਕੀ ਕਹਾਂਗੇ? ਐਕਸਟ੍ਰਿੰਸਿਕ ਪ੍ਰੋਟੀਨ। ਇਹਦਾ ਮੈਂ ਤੁਹਾਨੂੰ ਇਹਦਾ ਕ੍ਰੋਸ ਸੈਕਸ਼ਨ ਏਰੀਆ ਦਿਖਾਇਆ ਇਸ ਤਰ੍ਹਾਂ, ਮੈਂ ਤੁਹਾਨੂੰ ਇਹ ਫਰੰਟ ਤੋਂ ਨਹੀਂ ਦਿਖਾਇਆ। ਫਰੰਟ ਤੋਂ ਇਹ ਕਿਵੇਂ ਲੱਗਦੀ ਹੋਊ? ਜੇ ਆਪਾਂ ਇਹਨੂੰ ਉੱਪਰੋਂ ਦੇਖੀਏ ਤਾਂ ਇਹ ਪੁੱਤ ਇਸ ਤਰ੍ਹਾਂ ਦੀ ਲੱਗਦੀ ਹੋਊ। ਦੇਖਿਓ ਜੇ ਮੈਂ ਉੱਪਰੋਂ ਦਿਖਾਵਾਂ ਤਾਂ ਇਹ ਮੇਰੇ ਕੋਲ ਕਿਸ ਤਰ੍ਹਾਂ ਦੀ ਹੋਊ? ਇਸ ਤਰ੍ਹਾਂ ਦੀ ਹੋਊ। ਆਹ ਲਿਪਿਡਸ ਨੇਗੇ, ਅਪਰ ਲੇਅਰ ਆ ਲਿਪਿਡਸ ਦੀ, है ना, गोल गोल बनाए सी ना मैं लिपिड के उपर हैड,
ਤਾਂ ਇਹ ਲਿਪਿਡ ਦੀ ਅਪਰ ਲੇਅਰ ਹੈ। ਇਹਨਾਂ ਦੇ ਵਿੱਚ ਕਿਤੇ ਇੱਥੇ ਇੱਥੇ ਆ ਪ੍ਰੋਟੀਨ ਹੈ। ਇੱਕ ਘਿਰਿਆ ਕਿਹਦੇ ਨਾਲ ਹੋਇਆ? ਲਿਪਿਡਸ ਨਾਲ ਘਿਰਿਆ ਹੋਇਆ, ਠੀਕ ਹੈ। ਫਿਰ ਕਿਤੇ ਇੱਥੇ ਪ੍ਰੋਟੀਨ ਹੋਊਗਾ, ਇਹ ਲਿਪਿਡਸ ਨਾਲ ਘਿਰਿਆ ਹੋਊਗਾ। ਇਹ ਉਹਦਾ ਕੀ ਆ? ਅਪਰ ਵਿਊ ਆ। ਜੇ ਤੁਸੀਂ ਉੱਪਰੋਂ ਦੇਖੋਗੇ ਇਹ ਡਾਊਨ ਤੱਕ ਜਾਂਦਾ 3D ਦੇ ਵਿੱਚ। ਇਹ ਜਿਹੜੇ ਪ੍ਰੋਟੀਨਸ ਨੇ ਇਹ 3D ਦੇ ਵਿੱਚ ਜਾਂਦੇ ਨੇ ਡਾਊਨ ਤੱਕ, ਠੀਕ ਹੈ। ਤਾਂ ਇਹ ਕਿਤੇ ਕਿਤੇ ਹੋ ਸਕਦਾ, ਇੱਥੇ ਹੋ ਸਕਦਾ। ਫਿਰ ਇਹ ਪ੍ਰੋਟੀਨ ਦਾ ਜਿਹੜਾ ਇੱਕ ਉਹ ਆ, ਠੀਕ ਹੈ। ਇਹ ਉਹਦੀ ਅਪਰ ਲੇਅਰ ਹੈ। ਅਪਰ ਲੇਅਰ ਲਿਪਿਡਸ ਐਂਡ ਪ੍ਰੋਟੀਨਸ। ਹੁਣ ਜੇ ਆਪਾਂ ਇਹਨੂੰ ਇਹ ਉੱਪਰੋਂ ਦੇਖ ਰਹੇ ਆਪਾਂ, ਇਹ ਆਪਾਂ ਇਸ ਤਰ੍ਹਾਂ ਨਹੀਂ ਦੇਖ ਰਹੇ ਬੇਟਾ ਜੀ, ਇਹਨੂੰ ਹੁਣ ਆਪਾਂ ਐਂ ਦੇਖ ਰਹੇ ਹਾਂ। ਹੁਣ ਦੇਖੋ ਇਹ ਕੀ ਲੱਗ ਰਿਹਾ? ਇਹ ਲੱਗ ਰਿਹਾ ਵੀ ਕਿਤੇ ਕਿਤੇ ਪ੍ਰੋਟੀਨ ਪ੍ਰੈਜ਼ੈਂਟ ਨੇ, ਕਿਤੇ ਕਿਤੇ। ਜਿਵੇਂ ਇਸ ਤਰ੍ਹਾਂ ਹੁੰਦੇ ਨੇ ਨਾ ਕਿਤੇ ਕਿਤੇ ਡੱਬੇ ਬਣੇ, ਹੁਣ ਉਹਨੂੰ ਆਪਾਂ ਕਹਿੰਦੇ ਆ ਮੋਜ਼ੈਕ। ਉਹਨੂੰ ਆਪਾਂ ਮੋਜ਼ੈਕ ਕਹਿੰਦੇ ਆ। ਇਹੋ ਜਿਹਾ ਸਟਰਕਚਰ ਜਿਹਦੇ ਵਿੱਚ ਕਿਤੇ ਕਿਤੇ ਜਗ੍ਹਾ ਦੇ ਉੱਤੇ ਡੱਬੇ ਜਾਂ ਗੋਲੇ ਬਣੇ ਹੋਣ, ਉਸ ਸਟਰਕਚਰ ਨੂੰ ਆਪਾਂ ਮੋਜ਼ੈਕ ਕਹਿੰਦੇ ਆ। ਤਾਂ ਹੀ ਇਹ ਸਟਰਕਚਰ ਦਾ ਨਾਮ ਸੀ ਫਲੂਇਡ ਮੋਜ਼ੈਕ ਮਾਡਲ। ਫਲੂਇਡ ਕੀ ਆ? ਫਲੂਇਡ ਲਿਪਿਡਸ ਨੇ, ਠੀਕ ਹੈ। ਲਿਪਿਡਸ ਵੀ ਫਲੂਇਡ ਆ ਇੱਕ ਤਰ੍ਹਾਂ ਦਾ, ਪ੍ਰੋਟੀਨਸ ਵੀ ਸੈਮੀ ਫਲੂਇਡ ਨੇ ਇੱਕ ਤਰ੍ਹਾਂ ਦੇ, ਠੀਕ ਹੈ। ਇਹ ਕਿਸੇ ਫਲੂਇਡ ਦੇ ਵਿੱਚ ਤੈਰ ਰਹੇ ਨੇ ਤੇ ਉੱਪਰੋਂ ਆਪਾਂ ਨੂੰ ਕਹੀ ਜੀ ਉਹ ਦੇ ਰਹੇ ਨੇ, ਸ਼ਕਲ ਦੇ ਰਹੇ ਨੇ। ਉਹ ਸ਼ਕਲ ਦੇ ਰਹੇ ਨੇ ਆਪਾਂ ਨੂੰ ਇੱਕ ਮੋਜ਼ੈਕ ਦੀ ਸ਼ਕਲ ਦੇ ਰਹੇ ਨੇ, ਤਾਂ ਕਰਕੇ ਇਹਦਾ ਨਾਮ ਸੀਗਾ ਫਲੂਇਡ ਮੋਜ਼ੈਕ ਮਾਡਲ। ਤੇ ਫਲੂਇਡ ਮੋਜ਼ੈਕ ਮਾਡਲ ਨੇ ਕਾਫੀ ਚੀਜ਼ਾਂ ਆਪਣੀਆਂ ਆਸਾਨ ਕਰਤੀਆਂ ਸੀ। ਆ ਕੁਝ ਪ੍ਰੋਟੀਨਸ ਜਿਹੜੇ ਐਕਸਟ੍ਰਿੰਸਿਕ ਨੇ, ਇਹ ਮਤਲਬ ਜਾਂ ਤਾਂ ਲੇਅਰ ਦੇ ਉੱਪਰਲੇ ਪਾਸੇ ਜੇ ਵੀ ਇੱਥੇ ਪਏ ਹੋਣਗੇ, ਜਾਂ ਤਾਂ ਲੇਅਰ ਦੇ ਇੱਥੇ, ਜਾਂ ਇਹ ਬਾਈ ਲੇਅਰ ਆ ਨਾ, ਇਹਦੇ ਨੀਚੇ ਵੀ ਇੱਕ ਲੇਅਰ ਆ। ਜਿਵੇਂ ਐ 3D ਦੇ ਵਿੱਚ ਇਮੇਜਿਨ ਕਰੋ ਇਹਨੂੰ, ਇਹਦੇ ਨੀਚੇ ਵੀ ਇੱਕ ਲੇਅਰ ਹੈ, 3D 'ਚ ਇਮੇਜਿਨ ਕਰੋ, ਠੀਕ ਹੈ। ਇਸ ਤਰ੍ਹਾਂ ਇਹਦੇ ਨੀਚੇ ਆ ਨੀਚੇ ਨੂੰ ਜਾ ਰਿਹਾ ਹੈਗਾ। 3D ਦੇ ਵਿੱਚ ਇਮੇਜਿਨ ਕਰੋ ਵੀ ਇਹ ਦੋ ਤਰ੍ਹਾਂ ਦੀਆਂ ਲੇਅਰਸ ਨੇ ਬੇਟਾ, ਆ ਦੋ ਲੇਅਰਸ ਨੇ, ਠੀਕ ਹੈ। ਫੋਰ ਐਗਜ਼ਾਮਪਲ these are two kinds of layer। ਆਪਾਂ ਐਵੇਂ ਦੇਖ ਰਹੇ ਹਾਂ, ਇਹਦਾ ਮਤਲਬ ਆਪਾਂ ਨੂੰ ਸਿਰਫ ਆ ਲੇਅਰ ਦਿਖ ਰਹੀ ਆ, ਮਤਲਬ ਅਪਰ ਲੇਅਰ ਦਿਖ ਰਹੀ ਆ, ਨਿਚਲੀ ਲੇਅਰ ਆਪਾਂ ਨੂੰ ਨਹੀਂ ਦਿਖ ਸਕਦੀ। ਬਟ ਇਹ ਬਾਈ ਲੇਅਰਸ ਨੇ। ਇਹ ਆ ਇੱਕ ਲੇਅਰ ਆ ਦੂਜੀ ਲੇਅਰ। ਇਹਨਾਂ ਦੇ ਵਿੱਚ ਕੀ ਪ੍ਰੈਜ਼ੈਂਟ ਹੈ? ਇਹਨਾਂ ਦੇ ਵਿੱਚ ਇੰਟ੍ਰਿੰਸਿਕ ਪ੍ਰੋਟੀਨਸ, ਆ ਇੰਟ੍ਰਿੰਸਿਕ ਪ੍ਰੋਟੀਨਸ ਨੇ, ਠੀਕ ਹੈ। ਇੱਕ ਲੇਅਰ ਲਿਪਿਡਸ ਦੀ, ਦੂਜੀ ਲੇਅਰ ਲਿਪਿਡਸ ਦੀ, ਵਿੱਚ ਇੰਟ੍ਰਿੰਸਿਕ ਪ੍ਰੋਟੀਨ। ਪਰ ਜੇ ਆਪਾਂ ਇਹਨੂੰ ਉੱਪਰੋਂ ਦੇਖੀਏ ਤਾਂ ਉਹ ਐਂ ਲੱਗੂਗਾ ਇਸ ਤਰ੍ਹਾਂ ਵੀ ਆ ਲੇਅਰ ਹੈਗੀ ਆ ਜਿਹੜੀ ਮੈਂ ਦਿਖਾਈ ਹੋਈ ਆ, ਤੇ ਇੱਥੇ ਇੰਟ੍ਰਿੰਸਿਕ ਪ੍ਰੋਟੀਨ ਆ। ਇੱਥੇ ਕੀ ਹੈਗਾ ਬੇਟਾ ਜੀ? ਇੰਟ੍ਰਿੰਸਿਕ ਪ੍ਰੋਟੀਨ ਆ। ਇਮੇਜਿਨ ਹੋ ਗਿਆ। ਵੈਸੇ ਤਾਂ ਸਿੰਪਲ ਹੈ, ਕੋਈ ਐਸਾ ਟਫ ਚੀਜ਼ ਨਹੀਂ ਹੈਗੀ। ਤਾਂ ਬੇਟਾ ਇਹਦਾ ਕੰਮ ਕੀ ਆ ਹੁਣ? ਇਹ ਮੈਂਬਰੇਨ ਦਾ, ਇਹ ਮੈਂਬਰੇਨ ਦਾ ਕੰਮ ਆ ਸਭ ਤੋਂ ਪਹਿਲਾਂ ਤਾਂ ਪੂਰੇ ਸੈੱਲ ਦੀਆਂ ਆਰਗੇਨੈਲਿਜ਼ ਨੂੰ ਆਪਦੇ ਵਿੱਚ ਸਮੇਟ ਕੇ ਰੱਖਣਾ, ਠੀਕ ਹੈ। ਸੈੱਲ ਨੂੰ ਇੱਕ ਪ੍ਰੋਪਰ ਸ਼ੇਪ ਪ੍ਰੋਵਾਈਡ ਕਰਨਾ, ਠੀਕ ਹੈ ਬੇਟਾ। ਦੂਜਾ ਕੰਮ ਕੀ ਆ? ਚੀਜ਼ਾਂ ਨੂੰ ਆਪਣੇ ਅੰਦਰ ਲੈ ਕੇ ਆਉਣਾ ਤੇ ਆਪਣੇ ਵਿੱਚੋਂ ਬਾਹਰ ਕੱਢਣਾ। ਕਿਹੜੀਆਂ ਚੀਜ਼ਾਂ ਨੂੰ ਇਹ ਆਪਣੇ ਅੰਦਰ ਲੈ ਕੇ ਆਊਗੀ? ਇਹ ਲੈ ਕੇ ਆਊ ਕਾਰਬੋਹਾਈਡਰੇਟਸ, ਅਮਾਈਨੋ ਐਸਿਡਸ ਐਂਡ ਗਲੂਕੋਸ ਵਗੈਰਾ ਨੂੰ ਆਪਦੇ ਅੰਦਰ ਲੈ ਕੇ ਆਊਗੀ, ਠੀਕ ਹੈ। ਬਾਹਰ ਕਿਹੜੀਆਂ ਚੀਜ਼ਾਂ ਨੂੰ ਕੱਢੂ? ਜਿਹੜਾ ਆਪਣੇ ਕੋਲ ਭੋਜਨ ਨੂੰ ATP 'ਚ ਜਨਰੇਟ ਕਰਨ ਤੋਂ ਬਾਅਦ ਕੀ ਕੁਛ ਨਿਕਲਦਾ ਹੈਗਾ? ਕਾਰਬਨ ਡਾਈਆਕਸਾਈਡ ਨਿਕਲਦੀ ਆ ਤੇ ਨਾਈਟ੍ਰੋਜੀਨੀਅਸ ਵੇਸਟ ਨਿਕਲਦਾ, ਉਹਨੂੰ ਇਹ ਬੇਟਾ ਬਾਹਰ ਕੱਢੂ। ਇਹਦਾ ਮਤਲਬ ਇਹ ਮਟੀਰੀਅਲ ਦਾ ਇਨ ਆਊਟ ਕਰੂਗੀ, ਠੀਕ ਹੈ। ਆਪਦੇ ਵਿੱਚੋਂ ਬਾਹਰ ਚੀਜ਼ਾਂ ਦੇਊਗੀ, ਬਾਹਰ ਕੱਢੂਗੀ ਜਿਹੜਾ ਵੇਸਟ ਪ੍ਰੋਡਕਟ ਆ। ਜਿਹੜੀ ਚੀਜ਼ ਯੂਜ਼ੇਬਲ ਆ ਉਹਨੂੰ ਬਾਹਰੋਂ ਅੰਦਰ ਲਊਗੀ, ਠੀਕ ਹੈ। ਇਹਦਾ ਮਤਲਬ ਇਹਦਾ ਕੰਮ ਟਰਾਂਸਪੋਰਟ ਦਾ ਕੰਮ ਆ। ਪਰ ਇਹ ਹਰੇਕ ਚੀਜ਼ ਬਾਹਰ ਨਹੀਂ ਕੱਢੂ, ਹਰੇਕ ਚੀਜ਼ ਅੰਦਰ ਨਹੀਂ ਲਊ, ਕਿਉਂਕਿ ਜੇ ਹਰੇਕ ਚੀਜ਼ ਹੀ ਬਾਹਰ ਕੱਢਣ ਲੱਗੀ, ਇਹਦਾ ਮਤਲਬ ਸੈੱਲ ਆਰਗੇਨੈਲਿਜ਼ ਵੀ ਇਹ ਬਾਹਰ ਕੱਢ ਦੂਗੀ। ਜੇ ਹਰੇਕ ਚੀਜ਼ ਅੰਦਰ ਨੂੰ ਲੈਣ ਲੱਗੀ, ਇਹਦਾ ਮਤਲਬ ਇਹ ਟੌਕਸਿਕ ਮਟੀਰੀਅਲ ਆ, ਜਿਹੜੀ ਚੀਜ਼ ਇਹਨੇ ਬਾਹਰ ਛੱਡੀ ਉਹ ਵੀ ਅੰਦਰ ਨੂੰ ਲੈਣ ਲੱਗ ਜੂ। ਇਹਦਾ ਮਤਲਬ ਇਹ ਜਿਹੜੀ ਮੈਂਬਰੇਨ ਆ, ਇਟ ਇਜ਼ selectively permeable। permeable ਦਾ ਮਤਲਬ ਕੀ ਹੁੰਦਾ? permeable ਦਾ ਉਹ ਮਤਲਬ ਹੁੰਦਾ ਕੋਈ ਚੀਜ਼ ਪਰਮਿਟ ਕਰਦੇ ਕਿਸੇ ਮਟੀਰੀਅਲ ਨੂੰ ਆਪਦੇ ਵਿੱਚੋਂ ਆਉਣ ਜਾਣ ਵਾਸਤੇ। ਜਿਵੇਂ ਇੱਕ ਗੇਟ ਆ ਨਾ ਆਪਣੇ ਕਮਰੇ ਦਾ, ਉਹ ਕੀ ਹੈ? ਗੇਟ ਇਜ਼ ਅ ਪਰਮੀਏਬਲ ਥਿੰਗ, ਜਿਹੜੀ ਪਰਮਿਸ਼ਨ ਦਿੰਦੀ ਆ। ਪਰਮੀਏਬਲ ਦੇਖੋ ਕਿਵੇਂ ਬਣਿਆ ਸ਼ਬਦ, ਪਰਮਿਸ਼ਨ ਤੋਂ ਬਣਿਆ ਇਹ, ਠੀਕ ਹੈ। ਸਿਲੈਕਟਿਵ ਪਰਮਿਸ਼ਨ, ਪਰ ਜਿਹੜੀ ਇਹ ਲੇਅਰ ਆ ਨਾ ਪਲਾਜ਼ਮਾ ਮੈਂਬਰੇਨ ਆ, ਇਹ ਸਿਲੈਕਟਿਵ ਪਰਮਿਸ਼ਨ ਕਰਦੀ ਆ। ਕਿਸੇ ਨੂੰ ਸਿਲੈਕਟਿਵਲੀ ਅੰਦਰ ਆਉਣ ਦਿੰਦੀ ਆ, ਕਿਸੇ ਨੂੰ ਸਿਲੈਕਟਿਵਲੀ ਅੰਦਰੋਂ ਬਾਹਰ ਜਾਣ ਦਿੰਦੀ ਆ। ਹਰੇਕ ਮਟੀਰੀਅਲ ਨੂੰ ਨਹੀਂ ਇਹ ਅੰਦਰ ਬਾਹਰ ਕਰਨ ਦਿੰਦੀ, ਠੀਕ ਹੈ ਬੇਟਾ। ਸਿਲੈਕਟਿਵ ਕਰਦੀ ਆ। ਮੈਂਬਰੇਨਸ
ਕਾਫੀ ਤਰ੍ਹਾਂ ਦੀਆਂ ਹੁੰਦੀਆਂ ਨੇ, ਜਿਹਦੇ ਵਿੱਚੋਂ ਇੱਕ ਟਾਈਪ ਆ ਸਿਲੈਕਟਿਵਲੀ ਪਰਮੀਏਬਲ ਦੀ। ਹੁਣ ਆਪਾਂ ਗੱਲ ਕਰਦੇ ਹਾਂ ਵੀ ਸਿਲੈਕਟਿਵਲੀ ਪਰਮੀਏਬਲ ਇਹ ਕੀ ਕਰਦੀ ਆ। ਇਹ ਸਿਲੈਕਟਿਵਲੀ ਇਨ ਕੀ ਲੈਂਦੀ ਆ, ਸਿਲੈਕਟਿਵਲੀ ਆਊਟ ਕੀ ਕਰਦੀ ਆ। ਸਿਲੈਕਟਿਵਲੀ ਇਨ ਲੈਂਦੀ ਆ ਇਹ ਡਾਈਜੈਸਟਡ ਗਲੂਕੋਸ ਨੂੰ, ਜਿਹੜਾ ਲਿਕੁਇਡ ਫਾਰਮ ਦੇ ਵਿੱਚ ਹੁੰਦਾ, ਅਮਾਈਨੋ ਐਸਿਡਸ ਨੂੰ, ਠੀਕ ਹੈ ਜੀ, ਤੇ ਫੈਟਸ ਨੂੰ, ਠੀਕ ਹੈ, ਅਮਾਈਨੋ ਐਸਿਡ ਐਂਡ ਫੈਟੀ ਐਸਿਡਸ ਨੂੰ ਉਹ ਇਨ ਲੈਂਦੀ ਹੈ, ਠੀਕ ਹੈ, ਆਪਦੇ ਵਿੱਚੋਂ। ਉਸ ਤੋਂ ਬਾਅਦ ਆਊਟ ਕਿਹਨੂੰ ਕਰਦੀ ਆ, ਆਊਟ ਉਹ ਕਰਦੀ ਆ ਫਿਰ ਕਾਰਬਨ ਡਾਈਆਕਸਾਈਡ ਨੂੰ ਤੇ ਨਾਈਟ੍ਰੋਜੀਨੀਅਸ ਵੇਸਟ ਨੂੰ, ਇਹਨਾਂ ਨੂੰ ਇਹ ਆਊਟ ਕਰਦੀ ਆ। ਹੋਰ ਇਹ ਨਾ ਕਿਸੇ ਚੀਜ਼ ਨੂੰ ਇਨ ਲੈਂਦੀ ਆ ਨਾ ਆਊਟ ਕਰਦੀ ਆ, ਠੀਕ ਹੈ। ਸਿਲੈਕਟਿਵਲੀ ਪਰਮੀਏਬਲ ਹੈ ਇਹ ਕੀ ਆ, ਸਿਲੈਕਟਿਵਲੀ। ਕੁਝ ਮੈਂਬਰੇਨਸ ਹੁੰਦੀਆਂ ਨੇ ਦੇ ਆਰ ਪਰਮੀਏਬਲ, ਸਮ ਮੈਂਬਰੇਨਸ ਆਰ ਕਾਲਡ ਪਰਮੀਏਬਲ ਮੈਂਬਰੇਨ। ਪਰਮੀਏਬਲ ਮੈਂਬਰੇਨ ਕੀ ਹੁੰਦੀ ਆ, ਜਿਹੜੀ ਕਿਸੇ ਵੀ ਚੀਜ਼ ਨੂੰ ਇਨ ਆਊਟ ਕਰ ਦੇ, ਕਿਸੇ ਵੀ ਚੀਜ਼ ਨੂੰ ਕੀ ਕਰੀ ਜਾਵੇ, ਇਨ ਆਊਟ, ਠੀਕ ਹੈ। ਕੋਈ ਵੀ ਚੀਜ਼ ਆਵੇ ਉਹਨੂੰ ਇਨ ਲੈ ਲੇ, ਕੋਈ ਵੀ ਚੀਜ਼ ਆਵੇ ਉਹਨੂੰ ਆਊਟ ਕੱਢ ਦੇ, ਮਤਲਬ ਉਹ ਇੱਕ ਮੈਂਬਰੇਨ ਜ਼ਰੂਰ ਹੁੰਦੀ ਆ। ਜਿਵੇਂ ਆਪਾਂ ਕਹਿ ਦਈਏ ਮੈਂ ਗੇਟ ਆ, ਗੇਟ ਦੇ ਵਿੱਚੋਂ ਕੋਈ ਮਰਜ਼ੀ ਅੰਦਰ ਆਈ ਜਾਵੇ, ਕੋਈ ਮਰਜ਼ੀ ਬਾਹਰ ਜਾਈ ਜਾਵੇ, ਉਹ ਹੋ ਗਿਆ ਆਪਣੇ ਕੋਲ ਪਰਮੀਏਬਲ ਗੇਟ ਹੋ ਗਿਆ। ਪਰ ਜੇ ਮੈਂ ਗੇਟ ਦੇ ਉੱਤੇ ਕੋਈ ਕੌਣ ਬਿਠਾਤਾ, ਗਾਰਡ ਬਿਠਾਤਾ, ਠੀਕ ਹੈ, ਤੇ ਮੈਂ ਉਹਨੂੰ ਕਿਹਾ ਵੀ ਭਾਈ ਸਿਰਫ ਉਹ ਪਰਸਨਸ ਨੂੰ ਅੰਦਰ ਆਉਣ ਦੇਈ ਜਿਨ੍ਹਾਂ ਕੋਲ ਇਨਵੀਟੇਸ਼ਨ ਹੈ, ਜਿਨ੍ਹਾਂ ਕੋਲ ਕੀ ਆ ਪੁੱਤ, ਇਨਵੀਟੇਸ਼ਨ। ਹੁਣ ਕਿੰਨੇ ਮਰਜ਼ੀ ਬਾਹਰ ਖੜੇ ਹੋਣ ਪਰ ਉਹ ਸਿਰਫ ਕਿਹਨੂੰ, ਇਨਵੀਟੇਸ਼ਨ ਵਾਲੇ ਨੂੰ ਅੰਦਰ ਆਉਣ। ਮਤਲਬ ਮੈਂ ਕੀ ਕਰਤੀ, ਸਿਲੈਕਟਿਵਲੀ ਪਰਮੀਏਬਲ ਕਰਤਾ। ਮੈਂ ਕੀ ਕਰਤਾ, ਗੇਟ ਨੂੰ ਸਿਲੈਕਟਿਵਲੀ ਪਰਮੀਏਬਲ ਕਰਤਾ, ਮੈਂ ਸਿਲੈਕਟਿਵ ਪਰਮਿਸ਼ਨ ਦੇਣੀ ਸ਼ੁਰੂ ਕਰਤੀ, ਠੀਕ ਹੈ। ਇੱਕ ਹੁੰਦਾ ਇੰਪਰਮੀਏਬਲ, ਇਹ ਪਰਮੀਏਬਲ ਹੋ ਗਿਆ, ਕਿਸੇ ਨੂੰ ਵੀ ਅੰਦਰ ਬਾਹਰ ਆਉਣ ਦੇ ਸਕਦਾ ਮਟੀਰੀਅਲ ਨੂੰ। ਇੰਪਰਮੀਏਬਲ ਇਹ ਕੀ ਹੋ ਗਿਆ, ਨਾ ਕਿਸੇ ਨੂੰ ਅੰਦਰ ਆਉਣ ਦੇਵੇ ਨਾ ਕਿਸੇ ਨੂੰ ਬਾਹਰ ਜਾਣ ਦੇਵੇ। ਮੈਂ ਇੱਕ ਗਾਰਡ ਖੜਾ ਕਰਤਾ, ਮੈਂ ਕਹਤਾ ਵੀ ਭਾਈ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ, ਕਿਸੇ ਨੂੰ ਬਾਹਰ ਨਹੀਂ ਜਾਣ ਦੇਣਾ, ਉਹ ਮੈਂਬਰੇਨ ਕੀ ਹੋ ਗਈ, ਇੱਕ ਇੰਪਰਮੀਏਬਲ ਮੈਂਬਰੇਨ ਹੋ ਗਈ, ਠੀਕ ਹੈ। ਇੱਕ ਮੈਂਬਰੇਨ ਹੁੰਦੀ ਆ ਬੇਟਾ ਸੈਮੀ ਪਰਮੀਏਬਲ ਮੈਂਬਰੇਨ। ਸੈਮੀ ਪਰਮੀਏਬਲ ਮੈਂਬਰੇਨ ਪੁੱਤਰ ਜੀ, ਸੈਮੀ ਪਰਮੀਏਬਲ ਮੈਂਬਰੇਨ ਹੁੰਦੀ ਆ ਨਾ ਜਿਹੜੀ, ਇਹ 'ਚ ਕੀ ਹੁੰਦਾ ਹੈ, ਇਹ ਹੁੰਦੀ ਸਿਲੈਕਟਿਵਲੀ ਪਰਮੀਏਬਲ ਮੈਂਬਰੇਨ ਆ, ਪਰ ਇਹਦੇ ਵਿੱਚ ਕੀ ਹੁੰਦਾ ਵੀ ਆਪਾਂ ਇੱਕ ਸੋਲਿਊਸ਼ਨ ਲੈ ਲਿਆ, ਆਪਾਂ ਕੀ ਲੈ ਲਿਆ, ਇੱਕ ਸੋਲਿਊਸ਼ਨ ਲੈ ਲਿਆ। ਸੋਲਿਊਸ਼ਨ ਕਿੰਨੇ ਤਰ੍ਹਾਂ ਦਾ, ਸੋਲਿਊਸ਼ਨ ਦੇ ਕਿਹੜੇ ਕਿਹੜੇ ਪਾਰਟ ਹੁੰਦੇ ਨੇ, ਸੋਲਿਊਟ ਪਲੱਸ ਸੋਲਵੈਂਟ। ਜਿਹੜੀ ਸੈਮੀ ਪਰਮੀਏਬਲ ਮੈਂਬਰੇਨ ਆ ਨਾ, ਉਹ ਸੋਲਿਊਟ ਨੂੰ ਤਾਂ ਵਿੱਚੋਂ ਨਿਕਲ ਨਹੀਂ ਦਿੰਦੀ, ਸੋਲਿਊਟ ਨੂੰ ਆਪਦੇ ਵਿੱਚੋਂ ਪਰਮਿਟ ਨਹੀਂ ਕਰਦੀ ਹੈਗੀ ਅੰਦਰ ਬਾਹਰ ਆਉਣ ਵਾਸਤੇ, ਸੋਲਵੈਂਟ ਨੂੰ ਕਰਦੀ ਹੈ। ਇਹੀ ਜੀ ਮੈਂਬਰੇਨ ਨੂੰ ਆਪਾਂ ਕੀ ਕਹਿੰਦੇ ਆ, ਸੈਮੀ ਪਰਮੀਏਬਲ ਮੈਂਬਰੇਨ ਕਹਿੰਦੇ ਆ ਬੇਟਾ ਜੀ, ਠੀਕ ਹੈ। ਮੈਂ ਇਹਨਾਂ ਚਾਰਾਂ ਦੀਆਂ ਡੈਫੀਨੇਸ਼ਨਸ ਤੁਹਾਨੂੰ ਦੱਸਦਾ ਤੇ ਤੁਸੀਂ ਧਿਆਨ ਨਾਲ ਉਹ ਨੋਟ ਕਰ ਲੈਣੀਆਂ ਨੇ, ਅਦਰਵਾਈਜ਼ ਉਹ ਤੁਹਾਨੂੰ ਨੋਟਸ ਵੀ ਮਿਲ ਜਾਣਗੀਆਂ। ਪਰ ਇੱਕ ਵਾਰ ਜਦੋਂ ਤੁਸੀਂ ਨੋਟ ਕਰੋਗੇ ਨਾ ਤਾਂ ਤੁਹਾਨੂੰ ਕਾਫੀ ਚੀਜ਼ਾਂ ਕਲੀਅਰ ਹੋਣਗੀਆਂ, ਕਿਉਂਕਿ ਕੱਲ ਨੂੰ ਜਿਹੜਾ ਆਪਾਂ ਕੰਮ ਕਰਨਾ ਟਰਾਂਸਪੋਰਟ, ਆਪਾਂ ਕਿਹਾ ਨਾ ਵੀ ਜਿਹੜਾ ਮੈਂਬਰੇਨ ਆ ਉਹ ਟਰਾਂਸਪੋਰਟ ਆਫ ਮਟੀਰੀਅਲ ਕਰਦਾ ਆਊਟਸਾਈਡ ਦਾ ਸੈੱਲ, ਉਹਦੇ ਬਾਰੇ ਪੜ੍ਹਨਾਗਾ, ਤਾਂ ਉਹਦੇ ਲਈ ਤੁਹਾਨੂੰ ਪਹਿਲਾਂ ਇਹ ਮੈਂਬਰੇਨਸ ਕਲੀਅਰ ਹੋਣੀਆਂ ਚਾਹੀਦੀਆਂ ਨੇ। ਮੈਂਬਰੇਨਸ ਬੇਟਾ ਚਾਰ ਤਰ੍ਹਾਂ ਦੀਆਂ, ਇੰਪਰਮੀਏਬਲ ਕਹਿੰਦਾ ਇਫ ਅ ਮੈਂਬਰੇਨ ਡਜ਼ ਨਾਟ ਅਲਾਓ both solvent and solute molecule to pass through it, it is called impermeable membrane। ਹੁਣ ਜਿਹੜਾ ਮਟੀਰੀਅਲ ਸੀ ਉੱਥੇ ਉਹ ਆਪਣੇ ਕੋਲ ਕੀ ਆ, ਬਸ ਇੱਥੇ ਸੋਲਵੈਂਟ ਹੈਗਾ, ਕੋਈ ਸੋਲਿਊਸ਼ਨ ਆ। ਸੋਲਿਊਸ਼ਨ ਦੇ ਦੋ ਹਿੱਸੇ ਹੁੰਦੇ ਨੇ, ਇੱਕ ਸੋਲਵੈਂਟ ਹੁੰਦਾ, ਇੱਕ ਸੋਲਿਊਟ ਹੁੰਦਾ। ਹੁਣ ਤੁਸੀਂ ਕਹੋਗੇ ਸਰ ਸੋਲਿਊਸ਼ਨ ਕਿਉਂ ਲਿਆ ਇੱਥੇ ਆਪਾਂ, ਕਿਉਂਕਿ ਬੇਟਾ ਜਿਹੜਾ ਆਪਣਾ ਬਲੱਡ ਆ ਉਹ ਵੀ ਕੀ ਹੈ, ਇੱਕ ਸੋਲਿਊਸ਼ਨ ਹੈ। ਜਿਹੜਾ ਆਪਣਾ ਸਾਈਟੋਸੋਲ ਆ ਉਹ ਵੀ ਕੀ ਹੈ, ਇੱਕ ਸੋਲਿਊਸ਼ਨ ਹੈ, ਠੀਕ ਹੈ। ਤਾਂ ਇਹਨਾਂ ਦੇ ਵਿਚਕਾਰ ਬਲੱਡ ਤੇ ਸਾਈਟੋਸੋਲ ਦੇ ਵਿਚਕਾਰ ਇੱਕ ਲੇਅਰ ਆ, ਕਿਹੜੀ, ਪਲਾਜ਼ਮਾ ਮੈਂਬਰੇਨ। ਹੁਣ ਉਹ ਕਿੰਨੇ ਤਰ੍ਹਾਂ ਦੀ ਹੋ ਸਕਦੀ ਆ, ਪਲਾਜ਼ਮਾ ਕੀ ਕੰਮ ਕਰ ਸਕਦੀ ਆ, ਉਹ ਬਿਲਕੁਲ ਇੰਪਰਮੀਏਬਲ ਹੋ ਸਕਦੀ ਆ, ਵੀ ਨਾ ਕੋਈ ਇੱਧਰੋਂ ਉੱਧਰ ਜਾਵੇ ਨਾ ਕੋਈ ਉੱਧਰੋਂ ਇੱਧਰ ਆਵੇ, ਇਹੀ ਜਿਹੀ ਵੀ ਹੋ ਸਕਦੀ ਆ, ਠੀਕ ਹੈ। ਹੋਰ ਉਹ ਸੈਮੀ ਪਰਮੀਏਬਲ ਹੋ ਸਕਦੀ ਆ। ਸੈਮੀ ਪਰਮੀਏਬਲ 'ਚ ਕੀ ਆ ਵੀ ਇਕੱਲਾ ਭਾਈ ਸੋਲਵੈਂਟ ਚਲਾ ਜਾਵੇ ਸਾਈਟੋਸੋਲ ਦੇ ਵਿੱਚ, ਠੀਕ ਹੈ। ਬਲੱਡ ਦਾ ਜਿਹੜਾ ਸੋਲਵੈਂਟ ਆ, ਜਿਹੜਾ ਜ਼ਿਆਦਾ ਅਮਾਊਂਟ 'ਚ ਆ, ਉਹ ਚਲਾ ਜਾਵੇ। ਸੋਲਵੈਂਟ ਇਜ਼ ਵਿਚ ਇਜ਼ ਇਨ ਗ੍ਰੇਟਰ ਅਮਾਊਂਟ। ਸੋਲਵੈਂਟ ਉਹ ਨਹੀਂ ਹੁੰਦਾ ਜੀ ਚੀਜ਼ ਘੁਲੀ ਹੁੰਦੀ ਆ, ਸੋਲਵੈਂਟ ਉਹ ਹੁੰਦਾ ਜਿਹੜਾ ਗ੍ਰੇਟਰ ਅਮਾਊਂਟ 'ਚ ਹੁੰਦਾ ਗਾ, ਠੀਕ ਹੈ ਜੀ। ਉਸ ਤੋਂ ਬਾਅਦ ਇੰਪਰਮੀਏਬਲ ਕਹੂਗੀ ਮੈਂ ਕਿਸੇ ਨੂੰ ਨਹੀਂ ਜਾਣ ਦੇਣਾ, ਠੀਕ ਹੈ। ਤਾਂ ਇਹਦੇ ਵਿੱਚ ਕੀ ਆ, ਇੰਪਰਮੀਏਬਲ ਹੋ ਗਿਆ ਇਫ ਮੈਂਬਰੇਨ ਡਜ਼ ਨਾਟ ਅਲਾਓ ਬੋਥ ਸੋਲਵੈਂਟ ਐਂਡ ਸੋਲਿਊਟ ਮੋਲੀਕਿਊਲ ਟੂ ਪਾਸ ਥਰੂ ਇਟ, ਇਟ ਇਜ਼ ਕਾਲਡ ਇੰਪਰਮੀਏਬਲ ਮੈਂਬਰੇਨ, ਠੀਕ ਹੈ ਜੀ। ਐਗਜ਼ਾਮਪਲ ਕੀ ਹੈ, ਕਿਊਟੀਕਲ ਲੇਅਰ। ਕਿਊਟੀਕਲ ਪਤਾ ਕੀ ਹੁੰਦਾ, ਜਿਵੇਂ ਆਪਣੀ ਐਲਗੀ ਹੁੰਦੀ ਆ ਨਾ, ਐਲਗੀ ਤੇ ਫੰਜਾਈ, ਸੌਰੀ ਐਲਗੀ ਨਹੀਂ ਫੰਜਾਈ ਹੁੰਦੀ ਆ। ਫੰਜਾਈ ਦਾ ਜਿਹੜੀ ਅੱਪਰ ਲੇਅਰ ਹੁੰਦੀ ਆ ਉਹ ਕਿਊਟੀਕਲ ਲੇਅਰ ਦੀ ਹੁੰਦੀ ਆ, ਕਿਊਟੀਕਲ ਦੀ ਬਣੀ ਹੁੰਦੀ ਆ, ਠੀਕ ਹੈ।
जिमें अपना यू कैन से कॉकरोच है, कॉकरोच ਉਹਦੀ ਜਿਹੜੀ ਅੱਪਰ ਲੇਅਰ ਹੁੰਦੀ ਆ ਨਾ ਕਾਕਰੋਚ ਦੀ, ਉਹ ਚਿਟਨ ਦੀ ਬਣੀ ਹੁੰਦੀ ਆ, ਉਹ ਵੀ ਕੀ ਹੁੰਦੀ ਆ, ਇੰਪਰਮੀਏਬਲ ਮੈਂਬਰੇਨ ਹੁੰਦੀ ਆ। ਠੀਕ ਹੈ, ਮਤਲਬ ਉਹਦੇ ਵਿੱਚ ਨਾ ਕੋਈ ਚੀਜ਼ ਅੰਦਰ ਜਾ ਸਕਦੀ ਆ, ਨਾ ਕੋਈ ਚੀਜ਼ ਬਾਹਰ ਜਾ ਸਕਦੀ ਆ। ਠੀਕ ਹੈ, क्यूटिकल लेयर होगी बेटा, ये एग्जांपल परमिएबल मेम्ब्रेन। इफ अ मेम्ब्रेन अलाउज बोथ सॉल्वेंट एंड सल्यूट मॉलिक्यूल टू पास थ्रू इट फ्रीली, इफ अ मेम्ब्रेन अलाउज बोथ सॉल्वेंट एंड सल्यूट मॉलिक्यूल टू पास थ्रू इट फ्रीली, इट इज कॉल्ड परमिएबल मेम्ब्रेन। हुण ਉਹੀ परमिएबल दोनों ਨੂੰ ਕੱਢ ਦੂਗੀ ਵੀ, सॉल्वेंट भी निकल जे सल्यूट भी निकल जे, आदान प्रदान चली जाए, दैट इज कॉल्ड परमिएबल मेम्ब्रेन। अगे क्या आ गया बेटा, सेमी परमिएबल मेम्ब्रेन। इफ अ मेम्ब्रेन अलाउज पेनिट्रेशन ऑफ ओनली सॉल्वेंट मॉलिक्यूल बट नॉट ऑफ सल्यूट मॉलिक्यूल, बट नॉट ऑफ सल्यूट मॉलिक्यूल, इट इज कॉल्ड सेमी परमिएबल मेम्ब्रेन। ठीक है जी, नैक्सट आ जाओ सिलैक्टिवली परमिएबल मेम्ब्रेन, जिहड़ी प्लाज्मा मेम्ब्रेन हुंदी आ, वो कह रही है इफ अ मेम्ब्रेन अलाउज पेनिट्रेशन ऑफ सॉल्वेंट फ्रीली बट सिलैक्ट्स द पासेज ऑफ स्पैसिफिक सल्यूट पार्टिकल, मतलब की करे वो सॉल्वेंट नूं तां सारे नूं आपदे विच आउण दे, पर सल्यूट दा कुछ कुछ हिस्सा आपदे विच आउण देवे। सॉल्वेंट दा सारा हिस्सा, सल्यूट दा कुछ कुछ हिस्सा आपदी मर्जी नाल अंदर बाहर जान देवे, इट इज कॉल्ड सिलैक्टिवली परमिएबल मेम्ब्रेन। फॉर एग्जांपल प्लाज्मा मेम्ब्रेन। बेटा प्लाज्मा मेम्ब्रेन सिलैक्टिवली परमिएबल मेम्ब्रेन आ, तां ही ये की करदी आ, खून नूं सैल दे विच नहीं आउण दिंदी। ठीक है, पर किन्हां नूं आउण दे रही आ, मिनरल्स नूं आउण दे रही है, अमाइनो एसिड्स नूं आउण दे रही है, लिपिड्स नूं आउण दे रही है। ठीक है, का स्टार्च नूं आउण दे रही है, वो सारी चीज़ नूं आउण दे रही है, पर किनूं नहीं आउण दे रही, ब्लड नूं नहीं आउण दे रही। हैगा तां ब्लड भी की है, एक लिक्विड हिस्सा ही आ, वो भी एक सोल्यूशन आ, पर ਉਹਦੇ ਵਿੱਚ ਜਿਹੜਾ ਕੁਝ ਘੁਲਿਆ ਹੋਇਆ ਉਹਨਾਂ ਚੋਂ कुछ कुछ चीज़ां अंदर आउण दे रही आ, पानी नूं एंटर होण दे रही आ। ठीक है, सैल नूं पानी की लोड़ हुंदी आ, सैल नूं आपां नूं प्यास क्यों लगदी आ, क्योंकि अपने सैल कई बार की हो जांदे ने, उन्हां विचों पानी की मात्रा घट जांदी आ, क्योंकि 70% अपना सैल पानी का बनया होया, तां पानी नूं भी अंदर आउण दे रही आ। ਇਹਦਾ मतलब वो सिलैक्टिवली परमिएबल आ। ये सिलैक्टिवली परमिएबल होने करके ही जिहड़ी थोड़ी प्लाज्मा मैम्ब्रेन आ, वो ट्रांसपोर्ट ऑफ मटीरियल करदी आ इन एंड आउटसाइड ऑफ द सैल। हुण आपां ट्रांसपोर्ट करना ते आपां नूं मैम्ब्रेन्स बारे पता लग गया किन्ने तरह दियां ने, तां सब तो ज़्यादा जिहड़ी मैम्ब्रेन ट्रांसपोर्ट करूगी अपने फायदे वास्ते, तां अपने सैल दी जिहड़ी प्लाज्मा मैम्ब्रेन आ, वो जे परमिएबल हुई बेटा, ਇਹਦਾ मतलब सारा कुछ बाहर जाऊगा, सारा कुछ अंदर आऊगा, गलत आ। वो सैल दे विच खून चला जाऊगा, बिल्कुल गलत आ। इंपरमिएबल होगी जे वो, तां की होऊगा, ना कुछ अंदर आवे ना कुछ बाहर आवे, अंदरों सैल नूं लोड़ हैगी आ ATP बनाउण वास्ते, किहदी बेटा जी अपने कोल ग्लूकोज दी, हुण ग्लूकोज एंटर नहीं हो रहा, सैल डैड हो जाऊगा, ये भी गलत आ, वो नहीं हो सकती। सैमी परमिएबल मैम्ब्रेन भी वो नहीं हो सकती, क्योंकि सैमी परमिएबल कह रही है कल्ला सॉल्वेंट इन आऊगा। सॉल्वेंट सारिया चीज़ों का की है अपने ब्लड के विच, पानी आ बेटा, तो कल्ला पानी इन आऊगा, इसका मतलब अपने को ना प्रोटीन्स इन जाएंगे, ना लिपिड्स इन जाएंगे, ना अपने को मॉलिक्यूल्स होर कार्बोहाइड्रेट्स मिनरल कुछ नहीं इन जाऊगा। तो जिहड़ी अपनी प्लाज्मा मैम्ब्रेन आऊगी वो किहड़ी आऊगी, सिलैक्टिवली परमिएबल मैम्ब्रेन आऊ। सिलैक्टिवली परमिएबल मैम्ब्रेन करके ही प्लाज्मा मैम्ब्रेन ट्रांसपोर्ट इन एंड आउट करती है। इन दा तुहानूं पता लग गया, आउट किहड़ियां चीज़ां नूं कढदी आ, कार्बन डाइऑक्साइड जिहड़ी कि साइटोप्लाज्म च बनदी आ, एंड यूअर होर की नाइट्रोजीनियस वेस्ट नूं आउट लैके जाऊगी वो। ठीक है, तो ये चीज़ां करके अपने कोल प्लाज्मा मैम्ब्रेन की हुंदी आ बेटा, सिलैक्टिवली परमिएबल मैम्ब्रेन हुंदी आ। हुण देखो ट्रांसपोर्ट किन्ने तरह का हुंदा अपनी बॉडी दे विच, अपनी बॉडी दे विच ट्रांसपोर्ट किन्ने तरह का हुंदा बेटा। ट्रांसपोर्ट ना अपनी बॉडी दे विच दो तरह का हुंदा। पहला ट्रांसपोर्ट हुंदा पैसिव ट्रांसपोर्ट, दूजा ट्रांसपोर्ट हुंदा एक्टिव ट्रांसपोर्ट। ਇਹਦਾ मतलब ਜਿਹੜੀ प्लाज्मा मैम्ब्रेन आ ਉਹਦੇ थ्रू दो तरह ਨਾਲ ट्रांसपोर्टेशन होगी। नंबर 1 इज पैसिव ट्रांसपोर्ट। पैसिव ट्रांसपोर्ट ਦੇ ਵਿੱਚ ਕੀ ਆਉਂਦਾ बेटा, पैसिव ट्रांसपोर्ट ਦੇ ਵਿੱਚ इस तरह ਦਾ ट्रांसपोर्ट आਉਂਦਾ ਜਿਹਨੂੰ ट्रांसपोर्ट ਕਰਨ ਲਈ ਆਪਾਂ ਨੂੰ एनर्जी ਦੀ ਕੋਈ ਲੋੜ नहीं, चीज़ां एज इट इज़ बाहर चलियां जाणगियां। फॉर एग्जांपल
ਕਾਰਬਨ ਡਾਈਆਕਸਾਈਡ ਨੂੰ ਸੈੱਲ ਤੋਂ ਬਾਹਰ ਕੱਢਣ ਲਈ ਆਪਾਂ ਨੂੰ ਕੋਈ એનર્ਜੀ ਲਾਉਣ ਦੀ ਲੋੜ ਨਹੀਂ, ਕਾਰਬਨ ਡਾਈਆਕਸਾਈਡ ਐਜ਼ ਇਟ ਇਜ਼ ਬਾਹਰ ਜਾਊਗੀ। ਐਕਟਿਵ ਟਰਾਂਸਪੋਰਟ ਕੀ ਹੈ, ਆਪਣੀ ਬੋਡੀ ਦੇ ਵਿੱਚ ਕੁਝ ਐਸੇ ਮਟੀਰੀਅਲਸ ਨੇ ਜਿਨ੍ਹਾਂ ਨੂੰ ਸੈੱਲ ਇਨ ਤੇ ਸੈੱਲ ਆਊਟ ਕਰਨ ਲਈ ਆਪਾਂ ਨੂੰ એનર્ਜੀ ਦੀ ਲੋੜ ਪੈਂਦੀ ਆ। ਕਿਹਦੀ ਲੋੜ ਪੈਂਦੀ ਆ ਪੁੱਤਰ ਜੀ? એનર્ਜੀ ਦੀ ਲੋੜ ਪੈਂਦੀ ਆ, ਦੈਟ ਇਜ਼ ਕਾਲਡ ਐਕਟਿਵ ਟਰਾਂਸਪੋਰਟ। ਠੀਕ ਹੈ, ਤਾਂ ਐਕਟਿਵ ਕੀ ਆ? એનર્ਜੀ ਕੰਜ਼ਿਊਮਿੰਗ ਟਰਾਂਸਪੋਰਟ ਆ। ਪੈਸਿਵ ਟਰਾਂਸਪੋਰਟ ਕੀ ਆ ਪੁੱਤਰ ਜੀ? એનર્ਜੀ मतलब विदाउट एनर्जी कंज्यूमिंग। ठीक है, ਉਹਦਾ ਕੋਈ ਉਹ ਨਹੀਂ ਹੈਗਾ। ठीक है, ਜਿਹੜੀ ਆਪਣੇ ਕੋਲ ਪੈਸਿਵ ਟਰਾਂਸਪੋਰਟੇਸ਼ਨ ਆ ਉਹ ਥੋੜੀ ਸਲੋ ਹੁੰਦੀ ਆ। ਐਕਟਿਵ ਟਰਾਂਸਪੋਰਟੇਸ਼ਨ ਕਿਉਂਕਿ ਮੈਂ એનર્ਜੀ ਕੀ ਕਰ ਰਿਹਾ, ਲਗਾ ਰਹਾਗਾ ਕਿਸੇ ਪ੍ਰੋਸੈਸ ਤੇ, ਤਾਂ ਉਹ ਪ੍ਰੋਸੈਸ ਕੀ ਹੋਊਗੀ? ਤੇਜ਼ ਹੋਊਗੀ। ਉਹ ਪ੍ਰੋਸੈਸ ਰੈਪਿਡ ਹੋਊਗੀ। ਉਹ ਪ੍ਰੋਸੈਸ ਕੀ ਹੋਊਗੀ? ਰੈਪਿਡ ਪ੍ਰੋਸੈਸ ਹੋਊਗੀ। ਤਾਂ ਹਜੇ ਤੁਸੀਂ ਜਸਟ ਇੰਨਾ ਕੁ ਯਾਦ ਰੱਖੋ ਵੀ ਆਪਣੇ ਕੋਲ ਐਕਟਿਵ ਟਰਾਂਸਪੋਰਟ ਕੀ ਹੁੰਦਾ ਬੇਟਾ ਤੇ ਪੈਸਿਵ ਟਰਾਂਸਪੋਰਟ ਕੀ ਹੁੰਦਾ ਹੈਗਾ। ਠੀਕ ਹੈ, ਐਕਟਿਵ ਦੇ ਵਿੱਚ એનર્ਜੀ ਲੱਗਦੀ ਆ ਕਿਸੇ ਚੀਜ਼ ਨੂੰ ਅੰਦਰ ਲੈ ਕੇ ਆਉਣ 'ਚ, ਪੈਸਿਵ ਟਰਾਂਸਪੋਰਟ ਦੇ ਵਿੱਚ ਅੰਦਰ ਬਾਹਰ ਕਰਨ 'ਚ ਕੋਈ એનર્ਜੀ ਨਹੀਂ ਲੱਗਦੀ। ਠੀਕ ਹੈ, ਇੰਨੀ ਚੀਜ਼ ਸਮਝ ਆ ਗਈ। ਕਿਹੜੀ ਚੀਜ਼ ਤੇਜ਼ ਹੋਊਗੀ? ਐਕਟਿਵ ਟਰਾਂਸਪੋਰਟ ਤੇਜ਼ ਹੋਊਗੀ। ਹੁਣ ਪੈਸਿਵ ਟਰਾਂਸਪੋਰਟ ਅੱਗੇ ਦੋ ਤਰ੍ਹਾਂ ਦੀ ਆ ਬੇਟਾ। ਨੰਬਰ 1 ਇਜ਼ ਡਿਫਿਊਜ਼ਨ, ਨੰਬਰ 2 ਇਜ਼ ऑस्मोसिस। ਇਹ ਦੋ ਤਰ੍ਹਾਂ ਦੀ ਆਪਣੇ ਕੋਲ ਕੀ ਆ ਬੇਟਾ ਜੀ? ਪੈਸਿਵ ਟਰਾਂਸਪੋਰਟੇਸ਼ਨ। ਠੀਕ ਹੈ, ਦੋ ਤਰ੍ਹਾਂ ਦੀ ਪੈਸਿਵ ਟਰਾਂਸਪੋਰਟੇਸ਼ਨ। ਐਕਟਿਵ ਟਰਾਂਸਪੋਰਟੇਸ਼ਨ ਅਲੱਗ ਤਰ੍ਹਾਂ ਤੋਂ ਹੀ ਆ, ਉਹਦੇ ਵਿੱਚ એનર્ਜੀ ਦੀ ਲੋੜ ਆ। ਤਾਂ ਮੈਂ ਪਹਿਲਾਂ ਐਕਟਿਵ ਟਰਾਂਸਪੋਰਟੇਸ਼ਨ ਤੁਹਾਨੂੰ ਐਕਸਪਲੇਨ ਕਰ ਦਿੰਦਾ, ਇਹ ਦੋ ਚੀਜ਼ਾਂ ਆਪਾਂ ਬਾਅਦ 'ਚ ਦੇਖਦੇ ਹਾਂ। ਠੀਕ ਹੈ, ਐਕਟਿਵ ਟਰਾਂਸਪੋਰਟੇਸ਼ਨ ਤੁਹਾਡੀ ਬੁੱਕ 'ਚ ਕੀ ਲਿਖਿਆ ਹੋਇਆ? ਉਹ ਲਿਖ ਰਹੇ ਨੇ ਬੇਟਾ, ਦਿਸ ਟਾਈਪ ਆਫ ਟਰਾਂਸਪੋਰਟ ਅਕ੍ਰੋਸ ਦਾ ਪਲਾਜ਼ਮਾ ਮੈਂਬਰੇਨ ਇਜ਼ ਰੈਪਿਡ। ਬਹੁਤ ਤੇਜ਼ ਹੁੰਦੀ ਆ। ਐਕਟਿਵ ਟਾਈਪ ਹੁੰਦੀ ਆ ਜਿਹੜੀ, ਉਹ ਬਹੁਤ ਤੇਜ਼ ਹੁੰਦੀ ਆ। ਮੈਂ ਤੁਹਾਨੂੰ ਦੱਸ ਹੀ ਦਿੱਤਾ, ਐਕਟਿਵ ਟਾਈਪ ਆਫ ਟਰਾਂਸਪੋਰਟ ਅਕ੍ਰੋਸ ਦਾ ਪਲਾਜ਼ਮਾ ਮੈਂਬਰੇਨ ਇਜ਼ ਵੈਰੀ ਰੈਪਿਡ ਐਂਡ ਰਿਕੁਆਇਰ ਯੂਜ਼ ਆਫ એનર્ਜੀ ਇਨ ਦਾ ਫਾਰਮ ਆਫ ATP। ਉਹੀ ATP ਜਿਹੜੀ ਸੈੱਲ 'ਚ ਬਣੀ ਆ ਉਹਦੀ ਯੂਜ਼ ਨਾਲ ਹੀ ਇਨ ਆਊਟ ਕਰਦੇ ਨੇ ਉਹ। It usually occur against the concentration gradient and involves the use of carrier protein। ठीक है, कहता है ज़्यादातर concentration gradient ਦੇ opposite ਚੱਲਦੀ ਆ। concentration gradient ਕੀ ਹੁੰਦਾ ਹੁਣ ਫਿਰ? For example ਬੇਟਾ, ਕਮਰੇ ਤੋਂ ਬਾਹਰ ਬਹੁਤ ਜ਼ਿਆਦਾ ਲੋਕ ਨੇਗੇ। ਠੀਕ ਹੈ, ਕਮਰੇ ਦੇ ਵਿੱਚ ਕੋਈ ਬੰਦਾ ਨਹੀਂ ਹੈਗਾ, ਤਾਂ ਸਿਰਫ ਆਪਾਂ ਇਹੀ ਉਹਦੀ ਗੱਲ ਕਰਦੇ ਹਾਂ। ਠੀਕ ਹੈ, ਤਾਂ ਉਹਨਾਂ ਦੀ ਕੀ ਟੈਂਡੈਂਸੀ ਹੋਊ ਵੀ ਕੁਝ ਕੁ ਲੋਕ ਕਮਰੇ 'ਚ ਆ ਜਾਣ। ਇਹਦਾ ਮਤਲਬ ਕਮਰੇ 'ਚ ਬੰਦਿਆਂ ਦੀ ਕੰਸਨਟ੍ਰੇਸ਼ਨ ਬਹੁਤ ਘੱਟ ਸੀਗੀ। ਠੀਕ ਹੈ, ਤੇ ਕਮਰੇ ਤੋਂ ਬਾਹਰ ਬੰਦਿਆਂ ਦੀ ਕੰਸਨਟ੍ਰੇਸ਼ਨ ਬਹੁਤ ਜ਼ਿਆਦਾ ਸੀਗੀ। ਠੀਕ ਹੈ, ਹੁਣ ਉਹਨਾਂ ਦੀ ਕੀ ਆ? ਉਹਨਾਂ ਦੀ ਟੈਂਡੈਂਸੀ ਕੀ ਆ? ਵੀ ਉਹ ਕਮਰੇ ਦੇ ਵਿੱਚ ਆ ਜਾਣ। ਠੀਕ ਹੈ, ਇਹ ਹੈ ਨਾ ਕੰਸਨਟ੍ਰੇਸ਼ਨ ਦਾ ਡਿਫਰੈਂਸ ਸੀ ਨਾ। ਕੰਸਨਟ੍ਰੇਸ਼ਨ ਦਾ ਮਤਲਬ ਕੀ ਹੁੰਦਾ? ਸੰਘਣਤਾ। ਕੋਈ ਚੀਜ਼ ਕਿੰਨੀ ਸੰਘਣੀ ਪੈਕ ਆ ਉਹਨੂੰ ਆਪਾਂ ਕੰਸਨਟ੍ਰੇਸ਼ਨ ਕਹਿ ਦਿੰਦੇ ਹਾਂ। ਠੀਕ ਹੈ, ਕੰਸਨਟ੍ਰੇਸ਼ਨ ਹਾਈ ਦਾ ਮਤਲਬ ਆ ਕੋਈ ਚੀਜ਼ ਦੇ ਕਿਸੇ ਜਗ੍ਹਾ ਦੇ ਉੱਤੇ ਬਹੁਤ ਚੀਜ਼ਾਂ ਇਕੱਠੀਆਂ ਪੈਕਡ ਨੇ, ਦੈਟ ਇਜ਼ ਕਾਲਡ ਹਾਈ ਕੰਸਨਟ੍ਰੇਸ਼ਨ। ਲੋ ਕੰਸਨਟ੍ਰੇਸ਼ਨ ਦਾ ਮਤਲਬ ਕੀ ਹੋ ਗਿਆ? ਕਿਸੇ ਚੀਜ਼ 'ਚ ਮਤਲਬ ਜਿਹੜੀਆਂ ਚੀਜ਼ਾਂ ਨੇ ਉਹ ਦੂਰ ਦੂਰ ਖਿਲਰੀਆਂ ਪਈਆਂ ਨੇ, ਦੈਟ ਇਜ਼ ਲੋ ਕੰਸਨਟ੍ਰੇਸ਼ਨ। ਹੁਣ ਦੇਖੋ ਕੀ ਹੋ ਰਿਹਾ ਹੈਗਾ, ਅੰਦਰ ਬੰਦੇ ਘੱਟ ਨੇ, ਬਾਹਰ ਬੰਦੇ ਜ਼ਿਆਦਾ ਨੇ। ਇਹ ਕੇਸ ਲੈਂਦੇ ਹੁਣ ਆਪਾਂ। ਪਹਿਲਾਂ ਆਪਾਂ ਕੇਸ ਲਿਆ ਸੀ ਅੰਦਰ ਕੋਈ ਵੀ ਨਹੀਂ ਹੈਗਾ, ਹੁਣ ਆਪਾਂ ਕੇਸ ਲੈਂਦੇ ਅੰਦਰ ਬੰਦੇ ਘੱਟ ਨੇ, ਬਾਹਰ ਬੰਦੇ ਜ਼ਿਆਦਾ ਨੇ। ਟੈਂਡੈਂਸੀ ਕੀ ਆ? ਵੀ ਬਾਹਰਲੇ ਬੰਦੇ ਅੰਦਰ ਆਉਣਗੇ। ਠੀਕ ਹੈ, ਟੈਂਡੈਂਸੀ ਇਹ ਆ ਵੀ ਬਾਹਰਲੇ ਬੰਦੇ ਅੰਦਰ। ਪਰ ਜੇ ਮੈਂ ਅੰਦਰਲਾ ਬੰਦਾ ਕੋਈ ਬਾਹਰ ਕੱਢਣਾ ਹੋਵੇ, ਅੰਦਰਲਾ ਬੰਦਾ ਕੋਈ ਬਾਹਰ ਕੱਢਣਾ ਹੋਵੇ ਤਾਂ ਮੈਨੂੰ ਕੀ ਲਾਉਣੀ ਪਊਗੀ? એનર્ਜੀ ਲਾਉਣੀ ਪਊਗੀ ਨਾ। એનર્ਜੀ ਲਾਉਣੀ ਪਊਗੀ ਨਾ। ਮੈਨੂੰ ਅੰਦਰੋਂ ਉਹਨੂੰ ਧੱਕਣਾ ਪਊ ਬਾਹਰ ਨੂੰ। ਤਾਂ ਮੈਂ ਕੀ ਕੰਮ ਕਰ ਰਿਹਾ? ਮੈਂ ਪੁੱਠਾ ਕੰਮ ਕਰ ਰਿਹਾ। ਕੰਸਨਟ੍ਰੇਸ਼ਨ ਉਰੇ ਪਹਿਲਾਂ ਹੀ ਘੱਟ ਆ, ਮੈਂ ਇਹਦਾ ਪੁੱਠਾ ਕੰਮ ਕਰ ਰਿਹਾ। ਮੈਂ ਉਹ ਕੰਸਨਟ੍ਰੇਸ਼ਨ ਨੂੰ ਹੋਰ ਘਟਾਈ ਜਾਂਦਾ। ਇਹਦਾ ਮਤਲਬ ਮੈਨੂੰ ਕੀ ਯੂਜ਼ ਕਰਨੀ ਪਊ? એનર્ਜੀ। ਤਾਂ ਮੈਂ ਕੀ ਕਰ ਰਿਹਾ ਉੱਥੇ? ਐਕਟਿਵ ਟਰਾਂਸਪੋਰਟ ਕਰ ਰਿਹਾ। ਤਾਂ ਉਹ ਇਹੀ ਗੱਲ ਕਹਿ ਰਿਹਾ, ਯੂਜ਼ਲੀ ਇਟ ਅਕਰ ਅਗੇਂਸਟ ਦਾ ਕੰਸਨਟ੍ਰੇਸ਼ਨ ਗ੍ਰੇਡੀਐਂਟ ਐਂਡ ਇਨਵੋਲਵ ਦਾ ਯੂਜ਼ ਆਫ ਕੈਰੀਅਰ ਪ੍ਰੋਟੀਨ ਗਲੂਕੋਜ਼ ਅਮਾਈਨੋ ਐਸਿਡ ਐਂਡ ਸਮ ਆਇਨਸ ਪਾਸ ਥਰੂ ਦਾ ਪਲਾਜ਼ਮਾ ਮੈਂਬਰੇਨ ਬਾਈ ਐਕਟਿਵ ਟਰਾਂਸਪੋਰਟ। ਠੀਕ ਹੈ, ਹੁਣ ਮੈਂ ਤੁਹਾਨੂੰ ਕਿਹਾ ਸੀ, ਕੀ ਕਿਹਾ ਸੀਗਾ? ਵੀ ਭਾਈ ਚੀਜ਼ਾਂ ਨੇ ਅੰਦਰ ਆਉਣਾਗਾ, ਚੀਜ਼ਾਂ ਨੇ ਅੰਦਰ ਆਉਣਾ। ਸਿਲੈਕਟਿਵਲੀ ਪਰਮੀਏਬਲ ਮੈਂਬਰੇਨ ਆ ਫਿਰ ਆਪਣੀ ਜਿਹੜੀ ਕੀ ਹੈਗੀ, ਸਿਲੈਕਟਿਵਲੀ ਪਰਮੀਏਬਲ ਮੈਂਬਰੇਨ ਆ। ਹੁਣ ਕੀ ਹੋ ਰਿਹਾ ਹੈ? ਦੁਬਾਰਾ ਸਟਰਕਚਰ ਦੇਖੋ ਉਹਦਾ, ਬਾਈਲਿਪਿਡ ਲੇਅਰ, ਇੱਥੇ ਪ੍ਰੋਟੀਨ ਹੈ,
ਇੱਥੇ ਅਗੇਨ ਕੀ ਆ ਬੇਟਾ ਬਾਈਲਿਪਿਡ ਲੇਅਰ ਹੈ। ਬਾਹਰ ਕੀ ਪਿਆ ਗਲੂਕੋਸ ਪਿਆ, ਅਮਾਈਨੋ ਐਸਿਡ ਪਏ ਨੇ, ਅੰਦਰ नो ग्लूकोस, सॉरी अंदर की ने अंदर भी हैगे ने ग्लूकोस ते अमाइनो एसिड। इत्थे हाई अमाउंट च ने, इत्थे ब्लड च ने लो अमाउंट च। फिर भी की होऊगा असल च तां की होना चाहिए हाई अमाउंट वाला बाहर जाना चाहिए, पर यह की आ लो अमाउंट तो इस प्रोटीन दे विचों हुंदे होए ये ना जाणगे, मतलब इत्थे ग्लूकोस होर इकट्ठा हो जाऊ, होर इकट्ठा हो जाऊ। ये इनसाइड दा सैल आ, इनसाइड सैल, ये आउट दा सैल आ, आउटसाइड दा सैल। तां ये ग्लूकोस एक प्रोटीन दे विचों दी, दिस प्रोटीन इज कॉल्ड कैरियर प्रोटीन, कैरियर प्रोटीन मतलब ये गेट है। ये की हैगा अपनी प्लाज्मा मैंबरेन का जिहड़ा प्रोटीन बने हुए सी ना, उन्हां च वो गेट सीगे, इन्हां थ्रू एक्टिव ट्रांसपोर्ट होगी, पर ये एवें नहीं काम करू, इट कंज्यूम ATP, ये ATP कंज्यूम कर लूगा। ये की कंज्यूम करूगा पुत्त, ATP कंज्यूम करूगा, ठीक है। ये ओपोजिट काम कर रहा, इत्थे पहला ही ग्लूकोस ते अमाइनो एसिड ज़्यादा सीगे क्योंकि अपनी सैल दे विचों स्टोर होई जांदे हुंदे ने, होई जांदे हुंदे ने, फिर भी ये ब्लड दे विचों उन्हां नूं अंदर खिच रहा, मतलब इत्थे कंसनट्रेशन पहले ही हाई आ, इत्थे घट है, फिर भी ये पुट्ठे काम कर रहा है, ठीक है। लो कंसनट्रेशन टू हाई कंसनट्रेशन चीज़ नूं लैके आ रहा, विच इज इंपॉसिबल एक्चुअली, पर उन्होंने क्यों हो सकती है वो चीज़, वो तां हो सकती है जो आप उत्थे एनर्जी यूज़ कर लीए। तो दिस इज एक्टिव ट्रांसपोर्टेशन। कल नूं आपां की करांगे बेटा जी, कल नूं आपां पैसिव ट्रांसपोर्टेशन बारे पढ़ांगे, ठीक है। तो अज दे लिए इन्ना ही, थैंक यू। ध्यान नाल सुनियो ये लैक्चर नूं, ठीक है। ये थोड़ा कॉम्प्लीकेटेड है क्योंकि प्लाज्मा मैंबरेन का काम ही कॉम्प्लीकेटेड है, ठीक है। ये चो क्वेश्चन बहुत बनते हैं ट्रांसपोर्टेशन चो, ठीक है जी। थैंक यू।